ਹੈਲੋ ਸਟੂਡੈਂਟਸ। ਹਾਂਜੀ ਬੇਟਾ, ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਹੈ ਨਾ। ਅਤੇ ਆਪਣਾ ਕੰਮ ਜਿਹੜਾ ਹੈਗਾ ਤੁਸੀਂ ਕਰੀ ਜਾ ਰਹੇ ਹੋ ਨਾਲ ਨਾਲ। ਕੱਲ੍ਹ ਵੀਡੀਓ ਨਹੀਂ ਪਾ ਸਕਿਆ ਮੈਂ, ਤਾਂ ਅੱਜ ਆਪਣਾ ਜਿਹੜਾ ਟੌਪਿਕ ਸੀ, ਜਿਹੜਾ ਚੱਲ ਰਿਹਾ ਸੀ, ਉਹ ਆਪਾਂ ਨਿਊਟਨ ਦਾ ਸੈਕਿੰਡ ਲਾ ਕਰ ਲਿਆ ਸੀਗਾ। ਉਸ ਤੋਂ ਬਾਅਦ ਸਾਡੇ ਕੋਲ ਨਿਊਟਨਜ਼ ਥਰਡ ਲਾ ਹੈ, ਠੀਕ ਹੈ। ਤਾਂ ਨਿਊਟਨਜ਼ ਥਰਡ ਲਾ ਦੀ ਡੈਫੀਨੇਸ਼ਨ ਕੀ ਹੈ ਸਾਡੇ ਕੋਲ? ਨਿਊਟਨ ਥਰਡ ਲਾ ਸਾਨੂੰ ਕੀ ਕਹਿੰਦਾ ਹੈ, ਉਹਦੀ ਡੈਫੀਨੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਤਾਂ ਉਹਦਾ ਓਰੀਜਨ ਕੀ ਹੈ, ਸਾਨੂੰ ਉਹ ਕਿੱਥੋਂ ਸਾਨੂੰ ਪਤਾ ਲੱਗਦਾ ਹੈ। ਜਿਹੜਾ ਫਸਟ ਲਾ ਸੀ ਉਹਦੀ ਡੈਫੀਨੇਸ਼ਨ ਕੀ ਸੀ ਕਿ ਅ ਬੋਡੀ ਇਨ ਅ ਰੈਸਟ ਔਰ ਕੰਟੀਨਿਊ ਮੋਸ਼ਨ ਇਨ ਸਟ੍ਰੇਟ ਲਾਈਨ ਵਿਲ ਕੰਟੀਨਿਊ ਇਨ ਦੈਟ ਸਟੇਟ ਅਨਲੈਸ ਇਟ ਇਜ਼ ਕੰਪੈਲਡ ਬਾਈ ਸਮ ਐਕਸਟਰਨਲ ਫੋਰਸ। ਕਿ ਬੋਡੀ ਜਿਸ ਸਟੇਟ ਦੇ ਵਿੱਚ ਵੀ ਹੈਗੀ ਹੈ, ਚਾਹੇ ਰੈਸਟ 'ਚ ਹੈ ਜਾਂ ਯੂਨੀਫਾਰਮ ਮੋਸ਼ਨ ਇਨ ਸਟ੍ਰੇਟ ਲਾਈਨ ਹੈ, ਉਹ ਉਸੇ ਵਿੱਚ ਹੀ ਰਹੂਗੀ, ਉਸੇ ਸਟੇਟ 'ਚ ਰਹੂਗੀ ਜਦ ਤੱਕ ਉਹਦੇ ਉੱਪਰ ਕੋਈ ਬਾਹਰੋਂ ਫੋਰਸ ਨਹੀਂ ਲੱਗਦੀ। ਸੈਕਿੰਡ ਲਾਅ ਸਾਡਾ ਕੀ ਸੀਗਾ? ਦ ਰੇਟ ਆਫ ਚੇਂਜ ਆਫ ਮੋਮੈਂਟਮ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਅਪਲਾਈਡ ਫੋਰਸ। ਕਿ ਕਿਸੇ ਬੋਡੀ ਦਾ ਜਿਹੜਾ ਮੋਮੈਂਟਮ ਚੇਂਜ ਹੋ ਰਿਹਾ, ਉਹਦਾ ਜਿਹੜਾ ਰੇਟ ਹੈ ਉਹ ਫੋਰਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਐਂਡ ਚੇਂਜ ਟੇਕਸ ਪਲੇਸ ਇਨ ਦਾ ਡਾਇਰੈਕਸ਼ਨ ਇਨ ਵਿਚ ਦਾ ਫੋਰਸ ਅਪਲਾਈਡ। ਅਤੇ ਜਿਹੜਾ ਮੋਮੈਂਟਮ ਚੇਂਜ ਹੁੰਦਾ ਉਹ ਉਸ ਡਾਇਰੈਕਸ਼ਨ ਦੇ ਵਿੱਚ ਹੁੰਦਾ ਜਿਹਦੇ ਵਿੱਚ ਅਸੀਂ ਫੋਰਸ ਲਗਾਉਂਦੇ ਹਾਂ। ਇਹ ਜਿਹੜੇ ਦੋਨੇ ਲਾਅ ਨੇ ਸਾਡੇ, ਫਸਟ ਅਤੇ ਸੈਕਿੰਡ ਲਾਅ, ਇਹ ਸਾਨੂੰ ਫੋਰਸ ਅਤੇ ਨਾਲ ਐਕਸਲਰੇਸ਼ਨ, ਫਸਟ ਲਾਅ ਜਿਹੜਾ ਹੈਗਾ ਫੋਰਸ ਦੀ ਡੈਫੀਨੇਸ਼ਨ ਦਿੰਦਾ, ਸੈਕਿੰਡ ਲਾ ਸਾਨੂੰ ਫੋਰਸ ਅਤੇ ਨਾਲ ਦਾ ਰਿਲੇਸ਼ਨ ਦੱਸਦਾ ਮਾਸ ਅਤੇ ਉਹਦੇ ਐਕਸਲਰੇਸ਼ਨ ਦੇ ਨਾਲ। ਅਤੇ ਹੁਣ ਜਿਹੜਾ ਥਰਡ ਲਾ ਜਿਹੜਾ ਹੈਗਾ ਉਹਦਾ ਓਰੀਜਨ ਕੀ ਹੈ? ਐਕਸਟਰਨਲ ਫੋਰਸ ਔਨ ਦਾ ਬੋਡੀ। ਮਤਲਬ ਕਿ ਜਦੋਂ ਕਿਸੇ ਬੋਡੀ ਦੇ ਉੱਪਰ ਬਾਹਰੋਂ ਐਕਸਟਰਨਲ ਫੋਰਸ ਲੱਗਦੀ ਹੈ ਤਾਂ ਉਹ ਪਹਿਲੀ ਬੋਡੀ ਜਿਹੜੀ ਫੋਰਸ ਲਗਾ ਰਹੀ ਹੈ ਦੂਜੀ ਬੋਡੀ ਦੇ ਉੱਪਰ, ਤਾਂ ਦੂਜੀ ਬੋਡੀ ਵੀ ਪਹਿਲੀ ਬੋਡੀ ਦੇ ਉੱਪਰ ਇੱਕ ਫੋਰਸ ਲਾਉਂਦੀ ਹੈ। ਤਾਂ ਇਹ ਇਸ ਲਾ ਦੀ ਡੈਫੀਨੇਸ਼ਨ ਕੀ ਹੈ? To every action there is an equal and opposite reaction। ਹਰੇਕ ਐਕਸ਼ਨ ਦਾ ਇੱਕ ਇਕੁਅਲ ਅਤੇ ਬਰਾਬਰ ਓਪੋਜ਼ਿਟ ਉਲਟ ਰਿਐਕਸ਼ਨ ਹੁੰਦਾ ਹੈ। ਇਹ ਡੈਫੀਨੇਸ਼ਨ ਸਾਨੂੰ ਕੀ ਦੱਸਦੀ ਹੈ? ਇਸ ਡੈਫੀਨੇਸ਼ਨ ਤੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਕਿ ਫੋਰਸਿਸ ਨੇ ਜਿਹੜੀਆਂ ਕਦੇ ਵੀ ਨੇਚਰ 'ਚ ਸਿੰਗਲ ਨਹੀਂ ਹੁੰਦੀਆਂ। ਦੇਖੋ ਇਹ ਲਿਖਿਆ ਹੈ, ਫੋਰਸ ਨੈਵਰ ਅਕਰ ਸਿੰਗਲੀ ਇਨ ਨੇਚਰ, ਫੋਰਸ ਆਲਵੇਜ਼ ਇਨ ਪੇਅਰ ਐਜ਼ ਅ ਰਿਜ਼ਲਟ ਆਫ ਦਾ ਮਿਊਚੁਅਲ ਇੰਟਰੈਕਸ਼ਨ ਬਿਟਵੀਨ ਦਾ ਟੂ ਬੋਡੀਜ਼। ਕਿ ਜਦੋਂ ਵੀ ਦੋ ਬੋਡੀਜ਼ ਆਪਸ ਦੇ ਵਿੱਚ ਮਿਊਚੁਅਲੀ ਇੰਟਰੈਕਟ ਕਰਨਗੀਆਂ, ਇੱਕ ਦੂਜੇ ਦੇ ਸੰਪਰਕ 'ਚ ਆਉਣਗੀਆਂ ਜਾਂ ਇੱਕ ਦੂਜੇ ਉੱਪਰ ਫੋਰਸ ਲਾਉਣਗੀਆਂ, ਤਾਂ ਉੱਥੇ ਦੋ ਫੋਰਸ ਲੱਗਣਗੀਆਂ। ਕਦੇ ਵੀ ਇੱਕ ਬੋਡੀ ਦੂਜੀ ਦੀ ਇਕੱਲੀ ਫੋਰਸ ਨਹੀਂ ਲਾਉਂਦੀ, ਫੋਰਸ ਹਮੇਸ਼ਾ ਜੋੜਿਆਂ ਵਿੱਚ ਲੱਗਦੀ ਹੈ। ਪਹਿਲੀ ਬੋਡੀ ਦੂਜੀ ਦੀ ਬੋਡੀ ਦੇ ਉੱਪਰ ਲਾਊਗੀ ਅਤੇ ਦੂਜੀ ਜਿਹੜੀ ਹੈਗੀ ਪਹਿਲੀ ਦੇ ਉੱਪਰ ਲਾਊਗੀ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਜੇ ਦੇਖੀਏ, ਜਦੋਂ ਆਪਾਂ ਇੱਕ ਸਪਰਿੰਗ ਨੂੰ ਦੱਬਦੇ ਹਾਂ ਆਪਣੇ ਹੱਥ ਦੇ ਨਾਲ, ਸਪਰਿੰਗ ਨੂੰ ਦੀ ਕੁਆਇਲ ਨੂੰ ਆਪਾਂ ਦੱਬ ਦਿੰਦੇ ਹਾਂ ਤਾਂ ਫੋਰਸ ਲਗਾ ਕੇ, ਤਾਂ ਜਦੋਂ ਆਪਾਂ ਛੱਡਦੇ ਹਾਂ ਤਾਂ ਉਹ ਸਪਰਿੰਗ ਜਿਹੜਾ ਹੈਗਾ ਉਹ ਫੋਰਸ ਲਗਾ ਕੇ ਦੁਬਾਰਾ ਆਪਣੀ ਪਹਿਲਾਂ ਵਾਲੀ ਸਿਚੁਏਸ਼ਨ 'ਚ ਆ ਜਾਂਦਾ। ਜਦੋਂ ਤੁਸੀਂ ਦੱਬਦੇ ਹੋ ਤਾਂ ਸਾਨੂੰ ਦੱਬੇ ਹੋਏ ਸਪਰਿੰਗ ਤੋਂ ਸਾਨੂੰ ਫੀਲ ਹੁੰਦਾ ਹੈ ਕਿ ਸਪਰਿੰਗ ਸਾਡੇ ਹੱਥ ਦੇ ਉੱਪਰ ਕੀ ਲਗਾ ਰਿਹਾ? ਫੋਰਸ ਲਗਾ ਰਿਹਾ, ਠੀਕ ਹੈ। ਅਰਥ ਜਿਹੜੀ ਹੈਗੀ ਹੈ ਪੁੱਲ ਕਰਦੀ ਹੈ ਸਟੋਨ ਨੂੰ ਆਪਣੇ ਵੱਲ ਡਿਊ ਟੂ ਗ੍ਰੈਵਿਟੀ। ਇਹ ਆਪਾਂ ਗੱਲ ਪਿਛਲੀ ਵਾਰ ਵੀ ਕੀਤੀ ਸੀ, ਐਪਲ ਅਤੇ ਅਰਥ ਦੀ ਐਗਜ਼ਾਮਪਲ ਲਈ ਸੀ ਕਿ ਜਦੋਂ ਇੱਕ ਐਪਲ ਧਰਤੀ ਵੱਲ ਖਿੱਚਿਆ ਜਾਂਦਾ ਤਾਂ ਮਤਲਬ ਇਹਦਾ ਇਹ ਨਹੀਂ ਹੁੰਦਾ ਕਿ ਸਿਰਫ ਇਕੱਲਾ ਐਪਲ ਧਰਤੀ ਵੱਲ ਆ ਰਿਹਾ, ਧਰਤੀ ਵੀ ਐਪਲ ਵੱਲ ਉਨੀ ਹੀ ਫੋਰਸ ਨਾਲ ਖਿੱਚੀ ਜਾਂਦੀ ਹੈ। ਫਰਕ ਕੀ ਸੀਗਾ ਕਿ ਧਰਤੀ ਦਾ ਮਾਸ ਜ਼ਿਆਦਾ ਹੋਣ ਕਰਕੇ ਉਹ ਜਿਹੜਾ ਐਕਸਲਰੇਸ਼ਨ ਪੈਦਾ ਹੁੰਦਾ ਉਹ ਬਹੁਤ ਥੋੜ੍ਹਾ ਪੈਦਾ ਹੁੰਦਾ। ਠੀਕ ਹੈ ਬੱਚੇ, ਤਾਂ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਣਾ। ਤਾਂ ਇਹਦੀ ਡੈਫੀਨੇਸ਼ਨ ਜਿਹੜੀ ਲਿਖੀ ਹੋਈ ਹੈ ਉਹ ਸਾਡੇ ਕੋਲ ਇਹੀ ਹੈ। According to Newton's third law, to every action there is always equal and opposite reaction. Here the term action means force exerted by one body on the other body. Action ਦਾ ਮਤਲਬ ਹੈ ਇੱਕ ਬੋਡੀ ਨੇ ਦੂਜੀ ਬੋਡੀ ਉੱਪਰ ਜਿੰਨੀ ਫੋਰਸ ਲਾਈ। While the term reaction means the force exerted by the second body on the first. ਰਿਐਕਸ਼ਨ ਮਤਲਬ ਜੋ ਦੂਜੀ ਨੇ ਉਹਦਾ ਜਵਾਬ ਦਿੱਤਾ। ਜਵਾਬ ਕੀ ਮਤਲਬ ਕੀ ਹੋ ਗਿਆ? ਦੂਜੀ ਨੇ ਪਹਿਲੀ ਉੱਪਰ ਕਿੰਨੀ ਫੋਰਸ ਲਾਈ। ਹੁਣ ਜੇ ਆਪਾਂ ਇਹਨੂੰ ਇਸ ਤਰ੍ਹਾਂ ਨੋਟ ਕਰ ਲਈਏ ਕਿ ਇੱਕ ਬੋਡੀ ਜਿਹੜੀ ਹੈਗੀ ਹੈ A ਹੈ, ਇੱਕ ਸਾਡੇ ਕੋਲ B ਬੋਡੀ ਹੈ, ਇੱਕ ਬੋਡੀ ਸਾਡੇ ਕੋਲ A ਹੈ, ਇੱਕ ਬੋਡੀ ਸਾਡੇ ਕੋਲ B ਹੈ। ਤਾਂ A ਬੋਡੀ ਇਹਦੇ ਉੱਪਰ ਫੋਰਸ ਲਾ ਰਹੀ ਹੈ FAB, ਅਤੇ B ਬੋਡੀ ਇਹਦੇ ਉੱਪਰ ਫੋਰਸ ਲਗਾਊਗੀ FBA। AB ਮਤਲਬ A ਨੇ ਲਗਾਈ ਫੋਰਸ B 'ਤੇ, BA ਮਤਲਬ B ਨੇ ਫੋਰਸ ਲਗਾਈ A ਦੇ ਉੱਪਰ। ਤਾਂ ਦੋਨੇ ਫੋਰਸ ਕੀ ਨੇ? ਇਕੁਅਲ ਨੇ।
बट किने नाल ओपोजिट, तो एक दे मूहरे माइनस पऊगी, चाहे ए बी दे मूहरे पा दो चाहे बी ए दे मूहरे ला दो। हुण आपां जे प्रूव करना होवे, ठीक है, इहदा प्रूफ देना होवे तो आपां किवें देवांगे। कहना कंसीडर कर लो साडे कोल दो बॉडी सिस्टम है ए ते बी, दोने सेम स्ट्रेट लाइन च जा रही ने, इक्को डायरैक्शन च जा रही ने। लैट दैम कोलाइड सो दैट दे म्यूचुअली एक्ट एंड रिएक्ट ऑन ईच अदर। हुण इस तरह है कि आ दो बॉडीज़ ने ए बी, ये इक्को डायरैक्शन च जा रही ने। हुण ये पिछों जाके की कर गई ना, कोलाइड कर गई, टकरा गई मान लो, तो इन्हें बी दे उपर फोर्स लगाई तो बी बदले च की लगाऊगा, ए दे उपर फोर्स लगाऊगा। तो फोर्स लगाने नाल उन्होंने वेलोसिटी की हो जूगी, चेंज हो जूगी। आपको पता जो आप फोर्स लगावांगे तो मोमेंटम चेंज होता है, मोमेंटम इज इक्वल टू मास इंटू वेलोसिटी, तो वेलोसिटी बदल जूगी, ठीक है। तो जो आप कहने वेलोसिटी बदलूगी वो करके मोमेंटम बदल जूगा। तो हुण मान लो मोमेंटम पहला कितना सीगा, जिहड़ा इहदा मोमेंटम सी कितना चेंज हो गया, चेंज बोल रहा मैं, चेंज कितना हो गया, डेल्टा P1 ये चेंज हो गया। इहदा मोमेंटम कितना चेंज हो गया, डेल्टा P2, ठीक है, डेल्टा P1 तो डेल्टा P2 ये चेंज हो गया बॉडी का आफ्टर कोलिजन, टकरान तो बाद। तो अकॉर्डिंग टू लॉ ऑफ कंजरवेशन ऑफ लीनियर मोमेंटम, हुण एक लॉ ऑफ कंजरवेशन ऑफ लीनियर मोमेंटम है, वो अपने को हाले टॉपिक आना है। तो वो लॉ की कहता सानू, नैट चेंज इन द लीनियर मोमेंटम ऑफ द सिस्टम इज 0, कि किसी बॉडी का जिहड़ा सिस्टम है, कोई सिस्टम है जिस हुण जिवें सिस्टम मीनस जिहदे कई बॉडी होण, तो जिवें दो बॉडीज़ ने, इन्ना का जिहड़ा नैट चेंज इन मोमेंटम वो 0 होगा वैन नो एक्सटर्नल फोर्स एक्टिंग ऑन द बॉडी। इहदा की मतलब होया, ध्यान नाल समझो, वैसे इहनूं अगे अज ही समझावांगे, दोबारा एक बार फिर दस्सिया, वैन नो एक्सटर्नल फोर्स एक्टिंग ऑन द बॉडी द टोटल चेंज इन द मोमेंटम ऑफ द सिस्टम इज 0, कि बाहरों सिस्टम के उपर कोई फोर्स नहीं आ रही। इनू ऐ समझो जो तुसीं कैरम बोर्ड खेलते हो तो तुसीं एक बार स्ट्राइकर के उपर अपने स्ट्राइक कर देंगे हो, तो एक बार फोर्स लगा के छड्डता, फिर वो डीटियां नाल जाके टकरांदा है, तो टकरान तो बाद जिहड़ा मोमेंटम जिहड़ा चेंज होया टोटल वो की होगा, 0 होगा, ठीक है, क्योंकि अपने सिर्फ एक बार फोर्स लगा छड्डिया, उन्होंने बार बार फोर्स नहीं लगा रहे सी। तो मोमेंटम मतलब एक स्ट्राइकर की वेलोसिटी भी चेंज होगी, जिहदे नाल जाके टकराई वो भी चेंज होगी, तो जिहड़ा टोटल चेंज होगा वो हमेशा 0 होगा जे बाहरों दोबारा कोई फोर्स नहीं लग रही। तो इसका मतलब डेल्टा P1 प्लस डेल्टा P2 टोटल चेंज बराबर की आ गई, 0 आ गई, ठीक है। इनू आप इस तरह लिख सकते हैं, डेल्टा P2 नूं एक पासे रख लिया इज इक्वल टू माइनस डेल्टा P1 दूजे पासे ले गए। हुण दोने पासे की करो, डेल्टा T दे नाल डिवाइड कर दो, डिवाइड करो बोथ साइड, कर सकते हैं आप किसी भी इक्वेशन के दोने पासे सेम अखर नाल आप डिवाइड कर सकते हैं। उस तो बाद ये उपर की लगा दो, लिमिट लगा दो, अप्लाई लिमिट, लिमिट डेल्टा T अप्रोचिज टू 0, दोने पासे लगाना है, जिहड़ा काम भी आप कर रहे हैं दोने पासे कर रहे हैं, ठीक है। लिमिट डेल्टा T अप्रोचिज टू 0, ये मूरे माइनस सीगा, हाँ जी। तो ये थोड़ा दस्या जी, लिमिट आप लगा देने होंगे, तो की मतलब होंगे कि टाइम इंटरवल बहुत छोटा है, फिर डेल्टा की थां ते की आ जाता होंगे dP2 बटा dt बराबर आ जाऊगा माइनस dP1 बटा dt। हुण आ फार्मूला याद करो काहदे बराबर है, न्यूटन के सैकेंड नियम के अनुसार, ठीक है। तो ये की है, रेट ऑफ चेंज ऑफ मोमेंटम ऑफ द B विद रिस्पैक्ट टू T। 2 किहदे नाल लग्गिया सीगा, B नाल, इहदे पैर च की लग्गिया होया है 2, तो ये की है, रेट ऑफ चेंज ऑफ बॉडी B, ये की है, रेट ऑफ चेंज ऑफ बॉडी A, ठीक है। तो बॉडी B का मोमेंटम जिहड़ा चेंज होगा, सॉरी इत्थे रेट ऑफ चेंज ऑफ मोमेंटम लिखना भुल गए, मोमेंटम, रेट ऑफ चेंज ऑफ मोमेंटम। तो जिहड़ा B का मोमेंटम चेंज होगा वो किहड़ी फोर्स नाल होगा, जिहड़ी फोर्स A ने लाई है B ते। जिहड़ा A का चेंज होगा वो काहदे करके होगा, जिहड़ी फोर्स B ने लगाई है A ते। तो इहदे मूहरे माइनस लग्गिया होया सीगा, तो यही आपां ने प्रूव करना सी, FAB इज इक्वल टू F माइनस FBA, कि एक बॉडी ने जिहड़ी दूजी ते फोर्स लगाई तो बदले च दूजी ने पहली ते जिहड़ी फोर्स लगाई वो दोने बराबर ने पर ओपोजिट डायरैक्शन च ने। तो दिस इज़ द वेरीफिकेशन ऑफ या प्रूफ ऑफ द न्यूटन्स
थर्ड ला ऑफ मोशन। तो न्यूटन के 3 ही ला ने मोशन के, तो तीनों ला कंप्लीट हो गए। तो हुण इहदे नाल जुड़ियां हुई कुछ एग्जाम्पल ने, इलस्ट्रेशन ने न्यूटन के थर्ड ला दियाँ। हुण आपां देखते हैं। हाँ जी, तो पहली हैगी है बुक कैप्ट ऑन टेबल। एक टेबल के उपर बुक पई है, वो किवें पई रहिंदी है। हुण देखो टेबल है, आ टेबल की सतह है, ਇਹਦੇ ਉੱਪਰ एक बुक पई है, ठीक है। बुक जो टेबल के उपर पई है तो बुक का एक वेट है, ठीक है। हरेक चीज़ का की होंदा है, वेट होंदा है। तो यदा वेट किहदे उपर लगूगा, किहदे उपर लगूगा, टेबल वेट की डायरैक्शन किधर होंदी है, याद करो, तुहानूं दसी हुई है, हमेशा बॉडी के सेंटर तो बिल्कुल सीधा नीचे नूं, धरती के सेंटर वाल, ठीक है। तो बुक किहदे उपर लगा रही है, यह किहदे उपर वेट की होंदा है, वेट फोर्स होंदा है। वेट इज इक्वल टू फोर्स। आप तुहानूं याद होगा अपनी फोर्स की जी यूनिट की सी, किलोग्राम फोर्स या ग्राम फोर्स या किलोग्राम वेट तो ग्राम वेट, ये पढ़िया सी अपने। तो बुक टेबल के उपर पई है, तो बुक का जिहड़ा वेट है वो टेबल के उपर की लगा रहा, फोर्स लगा रहा, ठीक है। तो उस फोर्स करके तो उसनूं सपोर्ट करने वास्ते टेबल की लगांदा है, बुक के उपर एक ओपोजिट फोर्स लगांदा, इहनूं बोलदे ने रिएक्शन। वो की होगी, रिएक्शन टू सपोर्ट द बुक ऑन द टेबल। तो जिवें लिखिया ने, अ बुक लेइंग ऑन द टेबल एग्जर्ट फोर्स ऑन द टेबल विच इज़ इक्वल टू द वेट ऑफ द बुक। कि बुक जी टेबल के उपर पई है, वो टेबल पर फोर्स लाती है जो बुक के वेट के बराबर होंदा है। तो इनू आप कह सकते हैं फोर्स ऑफ एक्शन, इनू आप फोर्स ऑफ एक्शन कह सकते हैं। द टेबल सपोर्ट द बुक, हुण टेबल की है, टुट नहीं रहा उस फोर्स नाल, उन्होंने संभाल रहा है, ठीक है, सपोर्ट कर रहा है। बाय एग्जैक्टिंग एन इक्वल फोर्स ऑन द बुक, वो की कर रहा है, किवें संभाल रहा है बुक नूं, बुक के उपर बराबर फोर्स ला रहा है। दिस फोर्स इज कॉल्ड रिएक्शन। सिंस बुक इज ऑब्जर्वर एट रेस्ट, हुण आपको पता है बुक जिथे टेबल से रखती, बुक उत्थे ही पई रहिंदी है। ਇਹਦਾ मतलब की हो गया, ਇਹਦਾ मतलब ये हो गया कि जिहड़ी फोर्स उपर नूं लग रही है तो जिहड़ी फोर्स नीचे नूं लग रही है, दोनों बराबर ने, पर दोनों की ने ओपोजिट, तां ही एक दूजे नूं की कर रही ने, कैंसल। तो जो दो, हुण देखो एक बॉडी के उपर फोर्स लग रही ने दो, हुण इहनूं समझ के देखो तुसीं कि एक आ एक बॉडी है, इनू एक जना इधर नूं खिच रहा, एक इधर नूं खिच रहा, पर ये अपनी जगह नहीं बदल रही, जिथे है वो बिल्कुल उत्थे ही है। तो यदा मतलब जिन्नी फोर्स इधर नूं लग रही है तो जिन्नी इधर नूं लग रही है, दोनों फोर्सिस की ने, बराबर ने, तो दोहां की डायरैक्शन की है, उल्ट है। तो यही गल इत्थे समझाने की कोशिश की है कि जिहड़ी बुक है वो रेस्ट च पई है, तो नैट एक्सटर्नल फोर्स की लग रही है, जीरो। तो टोटल जिहड़ी फोर्स लग रही है वो जीरो है, मतलब दोहां फोर्सिस का जोड़ W + R बराबर जीरो, ठीक है। सो दिस इंप्लाइज दैट नॉर्मल रिएक्शन मस्ट बी इक्वल एंड ओपोजिट टू द वेट ऑफ द बुक। तो यदा मतलब जो उपर नूं नॉर्मल रिएक्शन है, जिन्होंने आप रिएक्शन कह रहे हैं, नॉर्मल शब्द क्यों वरत्या, क्योंकि रिएक्शन जी होंगी है हमेशा बॉडी के परपेंडिकुलर होंगी है, बॉडी के जिहड़े सतह के उपर पई है वो नहीं, बॉडी के सरफेस के परपेंडिकुलर, जिथे भी बॉडी का सरफेस है वो परपेंडिकुलर होंगी है। समझ लगी गल, ये सी फस्ट है दी इलस्ट्रेशन। अगे सैकेंड इलस्ट्रेशन देखो हुण। हाँ जी, वॉकिंग आ बहुत इंपॉर्टेंट साडा क्वेश्चन है। ये सारे जिहड़ियां इलस्ट्रेशन ने एक क्वेश्चन ने, शॉर्ट आंसर क्वेश्चन ने। वॉकिंग, हुण असीं सारे तुरदे हाँ, तुरदे किवें आ, हुण देखो ये मान लो साडा पैर है, नॉर्मल जो आप तुरदे हाँ तो तुरन वेले तुसीं महसूस करियो भी आप तुरदे किवें आ। अपना अगों जिहड़ा पंजा है वो मुड़ जाता, पंजा मुड़ जाता है तो आपां धरती नूं, जिहड़ी धरती है, धरती दे तुरदे समय पंजा जो मुड़दा है तो धरती नूं पिछे नूं धक्कदे आ। हुण सोच के देखो, तुर के देखो तुसीं कि आप पिछे नूं किवें धक्कदे आ, बिल्कुल ऐं धक्कदे आ पिछे नूं नहीं, अपने पैर नाल असीं जो धरती नूं पिछे धक्कदे आ तो एक फोर्स लगदी है इस तरीके नाल, टेढ़ी, ठीक है। तो ये जिहड़ी आपां फोर्स धरती दे उपर लगाई तो धरती इस फोर्स का जवाब दिंदी है, ठीक है। किवें, धरती इहदा बिल्कुल उल्ट जवाब दऊ, ठीक है। रिएक्शन लगाई, हुण ये जिहड़ी रिएक्शन है, हुण साडा वेट भी लग रहा धरती के उपर, समझो मेरी गल नूं, अपना वजन है जिहड़ा वो भी धरती ते, वजन की हुंदा बिल्कुल सेंटर तो हेठां नूं। हुण जिहड़ा ये एंगल है, हुण आ देखो ये आ रिएक्शन ने एंगल बना लिया धरती नाल थीटा। तो आर की है, एक वैक्टर है, फोर्स है, रिएक्शन है, तो इनू आप दो भागों 'च तोड़ सकते हैं।
एक जिधर थीटा होंगे तुहानूं याद हो दस्सिया सी जिधरों थीटा होंगे तुहानूं आर कॉस थीटा, जिधर नूं थीटा नहीं हैगा उधर बन जूगा आर साइन थीटा। आपने किया सी रेजोल्यूशन ऑफ वैक्टर कि एक वैक्टर नूं आपां दो परपेंडिकुलर कंपोनेंट दे विच तोड़ सकते हैं जो वो एंगल बना रहा होवे। तो आ एंगल बना रहा सी, एंगल वाली साइड ते कॉस थीटा लग जाता होंगे, जिधर एंगल ना होवे उधर साइन थीटा। हुण तुसीं ध्यान नाल देखो जिहड़ा आ वाला कंपोनेंट है आर दा, आर साइन थीटा, ते आ डबलयू, ये बिल्कुल एक दूजे के उल्ट ने। देखो तो यह मतलब डबलयू ते आर साइन थीटा बराबर ने, ठीक। तो इसे करके आप धरती च गड़ते नहीं, क्योंकि रिएक्शन का आ वाला कंपोनेंट सानू धरती दे विच साडे पैर नूं धरती विच गड़न तो की करदा है, रोकदा है। तो आ कंपोनेंट बच गया। देखो आ तो कैंसल हो गया एक दूजे नाल, इन्हें इसनूं कैंसल करता आर ने, आर साइन थीटा ने डबलयू नूं। तो आ एक फोर्स बच गई, आ तो असीं धरती च लाई सी, ये तो खत्म हो गई, उहदे बदले अपन धरती ने आ जवाब देता आर। आ वाला भाग बच गया आर कॉस थीटा, किधर नूं बचिया ये इधर नूं। तो देखो आप धक्किया धरती नूं इस डायरैक्शन च, आप चलते किधर नूं आ धरती दे नाल नाल अगे नूं। तो यही वो कंपोनेंट है आर कॉस थीटा जिहड़ा सानूं हैल्प करदा है टू वॉक ऑन सरफेस ऑफ अर्थ। ठीक है जी, समझ लगी गल भी किस तरह से तुरते हैं। ये बहुत इंपॉर्टेंट क्वेश्चन है। अगे आ गया स्विमिंग। हुण तुसीं सारिਆਂ ने स्विमिंग करते हुए तैराक नूं देखिया होगा। जो कोई बंदा स्विमिंग करता है तो वह की करता हुंदा है, स्विमिंग करता होया वह पानी नूं पिछे धक्कदा है। जो भी कोई परसन स्विमिंग करता है तो स्विमिंग करता होया वह बंदा जिहड़ा पानी नूं पिछे धक्कदा है, बैक साइड, पर जांदा किधर नूं है, अगे नूं। अपने हत्थां नाल पानी नूं धक्क रहा है पिछे नूं, पर जा किधर नूं रहा है, अगे नूं। ये क्यों, ये किवें हो गया, आप एक नूं पिछे धक्का दईए पर जाइए अगे नूं। ये बिल्कुल उवें असीं की कीता है, एक्शन कीता वाटर ते, साडे हत्थां नाल वाटर दे उपर की होया, वाटर उपर होया एक्शन, ते वाटर ने साडे उपर की कीता, रिएक्शन। तो जिन्ना एक्शन होऊगा उन्ना ही रिएक्शन होऊगा, पर उल्ट दिशा च। साडा एक्शन की दिशा यह है तो रिएक्शन की दिशा यह है। तो असीं अपने हत्थां नाल पानी नूं पिछे धक्कदे हां तो सानूं पानी अगे धक्कदा है। यही केस किश्ती च है, सेम चीज़। जिहड़ा बंदा किश्ती च बैठा होंदा चप्पू नाल की करदे हां, असीं चप्पू मार के पानी नूं पिछे धक्कदे हां, बदले च किश्ती किधरों जाती है, अगे नूं, क्योंकि पानी उपर असीं रिएक्शन किया तो पानी ने, असीं किहदे विच बैठे हां, हुण जिहड़ी किश्ती है वो साडे ते रिएक्शन नहीं करती। असीं किश्ती ते जिहड़ा बंदा जिहड़ा चला रहा है वो एक वन सिस्टम बन गया पूरा। जिहड़ी किश्ती दे विच बंदा बैठा है, चप्पू हैगा नाल, यह एक वन सिस्टम बन गया। तो चप्पू नाल बंदे ने, इंसान ने, परसन ने पानी नूं पिछे नूं पुल करता। तो पानी जिहड़ा हैगा वो किश्ती दे संपर्क च है, बदले च पानी ने की कीता, किश्ती उपर उल्ट डायरैक्शन की लगाती, रिएक्शन लगाती। तो किश्ती किधर नूं चली गई, अगे नूं चली गई। ठीक है, किश्ती उदों चलदी है आप चप्पू मारते हैं, जे चप्पू मारना बंद कर देंगे तो किश्ती भी चलना बंद कर जू। जे पानी खड़ा है नहीं, वो पानी के जिहड़े बहा दे दिशा दे विच चलना शुरू कर दूगी। इस तरह ही फायरिंग फ्रॉम द गन, जब आप गन दे विचों बुलट चलाने आ, फायर करते हैं तो की हुंदा है, बुलेट मूव फॉरवर्ड, बुलेट अगे नूं जाती है, गन रिकॉयल बैकवर्ड, गन पिछे नूं जाती है। सबनूं पता है जो गन चलाई जाती है, तुसीं फिल्मां दे विच भी, टीवी भी देखा जाऊगा, जो भी गन चलाई जाती है, ठीक है, जो भी गन चलाई जाती है तो ये जिहड़ी बुलेट होंदी है वो तो इस डायरैक्शन से जाऊगी। तो आपको सबनूं पता है कि गन पिछे झटका मारती है, फिल्मां दे विच भी अपने चीज़ नूं आम देखिए, गन पिछे जाती है। होया की है, गन दे विच एक सिस्टम लग्या हुंदा जिहनूं आपां ट्रिगर कहने आ। ठीक है, जो ट्रिगर जाके बुलेट नाल पिछे टकरांदा है तो बुलेट दे विच फायर पैदा होंदी है। ठीक है, तो बुलेट जाती है एक फोर्स नाल अगे नूं, तो उस रिएक्शन ने अंदर जिहड़ी कंबसशन रिएक्शन हुई उसने बुलेट के उपर फोर्स लाई। हुण कंबसशन रिएक्शन हुई किहदे विच है,
ਉਹ ਹੋਈ ਹੈ ਬੰਦੂਕ ਦੇ ਅੰਦਰ। ਸਿੱਟੇ ਵਜੋਂ ਕੀ ਲੱਗੂ, ਇੱਕ ਦੂਜੀ ਫੋਰਸ ਵੀ ਪੈਦਾ ਹੋਊਗੀ। ਇਹ ਫੋਰਸ ਕਿਹਦੇ ਉੱਪਰ ਲੱਗੂਗੀ, ਗਨ ਦੇ ਉੱਪਰ। ਅਤੇ ਗਨ ਕਿੱਧਰ ਨੂੰ ਜਾਊਗੀ, ਜਿੱਧਰ ਨੂੰ ਬੁਲਟ ਗਈ ਹੈ ਉਹਦੇ ਓਪੋਜਿਟ। ਇਹਨੂੰ ਬੋਲਦੇ ਨੇ ਗਨ ਰੀਕੋਇਲ ਹੋਣਾ, ਗਨ ਦਾ ਪਿੱਛੇ ਨੂੰ ਝਟਕਾ ਮਾਰਨਾ। ਠੀਕ ਹੈ, ਇਹਦਾ ਆਂਸਰ ਦੁਬਾਰਾ ਇੱਕ ਵਾਰੀ ਹੋਰ ਵੀ ਆਊਗਾ, ਉੱਥੇ ਜ਼ਿਆਦਾ ਵਿਸਥਾਰ ਨਾਲ ਆਊਗਾ। ਅੱਗੇ ਫਲਾਈਟ ਆਫ ਏ ਜੈਟ ਪਲੇਨ ਐਂਡ ਰੋਕਟ, ਜਿਹੜੇ ਪਲੇਨ ਉੱਡਦੇ ਨੇ ਜਾਂ ਰੋਕਟ ਉੱਡਦੇ ਨੇ ਉਹ ਕਿਵੇਂ ਉੱਡਦੇ ਨੇ। ਦ ਬਰੰਟ ਫਿਊਲ ਵਿਚ ਅਪੀਅਰ ਇਨ ਦਾ ਫਾਰਮ ਆਫ ਹੌਟ ਐਂਡ ਹਾਈਲੀ ਕੰਪਰੈਸਡ ਗੈਸਿਸ, ਜਦੋਂ ਫਿਊਲ ਬਲਦਾ ਹੈ ਤਾਂ ਬਹੁਤ ਸਾਰੀ ਗਰਮ ਅਤੇ ਬਹੁਤ ਜ਼ਿਆਦਾ ਹਾਈਲੀ ਕੰਪਰੈਸਡ ਮਤਲਬ ਪ੍ਰੈਸ਼ਰ ਨਾਲ ਗੈਸਾਂ ਨੇ ਜਿਹੜੀਆਂ ਉਹ ਨੋਜ਼ਲ ਦੇ ਵਿੱਚੋਂ, ਜਿਹੜਾ ਇੰਜਨ ਦਾ ਨੋਜ਼ਲ ਹੁੰਦਾ ਉਹਦੇ ਵਿੱਚੋਂ ਬਾਹਰ ਨਿਕਲਦੀਆਂ ਨੇ ਬੈਕਵਰਡ ਡਾਇਰੈਕਸ਼ਨ 'ਚ, ਪਿੱਛੇ ਨੂੰ। ਤਾਂ ਜਦੋਂ ਪਿੱਛੇ ਨੂੰ ਗੈਸਾਂ ਨਿਕਲਦੀਆਂ ਨੇ ਤਾਂ ਉਹ ਗੈਸਾਂ ਐਸਕੇਪਿੰਗ ਗੈਸਾਂ ਕੀ ਕਰਦੀਆਂ ਨੇ, ਉਹ ਪਿੱਛੇ ਨੂੰ ਜਾ ਰਹੀਆਂ ਨੇ, ਤਾਂ ਪਿੱਛੇ ਨੂੰ ਬਾਹਰ ਨਿਕਲਦੀਆਂ ਹੋਈਆਂ ਉਹ ਜਹਾਜ਼ ਦੇ ਉੱਪਰ ਜਾਂ ਰੋਕਟ ਦੇ ਉੱਪਰ ਫਾਰਵਰਡ ਡਾਇਰੈਕਸ਼ਨ ਦੇ ਵਿੱਚ ਕੀ ਕਰਦੀਆਂ ਨੇ, ਫੋਰਸ ਲਗਾਉਂਦੀਆਂ ਨੇ। ਨਤੀਜੇ ਵਜੋਂ ਰੋਕਟ ਹੈ ਜਾਂ ਐਰੋਪਲੇਨ ਹੈ ਜਿਹੜਾ, ਉਹ ਜਿੱਧਰ ਨੂੰ ਗੈਸਾਂ ਨਿਕਲਦੀਆਂ ਨੇ ਉਹਦੇ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਦਾ ਹੈ। ਸਿਮਿਲਰਲੀ ਰਿਬਾਊਂਡਿੰਗ ਆਫ ਦਾ ਰਬੜ ਬਾਲ, ਇੱਕ ਗੇਂਦ ਨੂੰ ਜਦੋਂ ਆਪਾਂ ਧਰਤੀ ਨਾਲ ਟਕਰਾਉਂਦੇ ਹਾਂ ਜਾਂ ਇੱਕ ਕੰਧ ਨਾਲ ਟਕਰਾਉਂਦੇ ਹਾਂ ਤਾਂ ਉਹ ਗੇਂਦ ਹੈ ਜਿਹੜੀ ਉਹ ਧਰਤੀ ਨਾਲ ਟਕਰਾ ਕੇ ਉੱਪਰ ਨੂੰ ਵਾਪਸ ਆਉਂਦੀ ਹੈ। ਠੀਕ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੈ ਹਰੇਕ ਚੀਜ਼ ਧਰਤੀ ਵੱਲ ਜਾਂਦੀ ਹੈ, ਪਰ ਗੇਂਦ ਧਰਤੀ ਨਾਲ ਟਕਰਾ ਕੇ ਉੱਪਰ ਵਾਪਸ ਆਉਂਦੀ ਹੈ। ਕਿਉਂ, ਆਪਣੇ ਆਪ ਤਾਂ ਆ ਨਹੀਂ ਸਕਦੀ ਚੀਜ਼ ਕੋਈ ਵਾਪਸ ਉੱਪਰ, ਕਿਸੇ ਵੀ ਚੀਜ਼ ਨੂੰ ਧਰਤੀ ਵਾਪਸ ਨਹੀਂ ਆਉਣ ਦਿੰਦੀ। ਠੀਕ ਹੈ, ਉਹਦੀ ਖਿੱਚ ਕਰਕੇ, ਗ੍ਰੈਵੀਟੇਸ਼ਨ ਪੁੱਲ ਕਰਕੇ, ਪਰ ਫਿਰ ਵੀ ਗੇਂਦ ਵਾਪਸ ਆਉਂਦੀ ਹੈ। ਕਾਰਨ ਧਰਤੀ ਨੇ ਗੇਂਦ ਉੱਪਰ ਕੀ ਲਗਾਈ ਹੈ, ਇੱਕ ਫੋਰਸ ਲਗਾਈ ਹੈ, ਉਹਦੇ ਜਵਾਬ 'ਚ ਜੋ ਗੇਂਦ ਨੇ ਧਰਤੀ ਉੱਪਰ ਲਗਾਈ ਸੀ। ਜਾਂ ਸਿਮਿਲਰਲੀ ਕੰਧ ਦੇ ਉੱਪਰ ਆਪਾਂ ਗੇਂਦ ਮਾਰਦੇ ਹਾਂ ਤਾਂ ਗੇਂਦ ਕੰਧ ਨਾਲ ਟਕਰਾ ਕੇ ਸਾਡੇ ਹੱਥਾਂ ਦੇ ਵਿੱਚ ਵਾਪਸ ਆ ਜਾਂਦੀ ਹੈ। ਗੇਂਦ ਨੇ ਕੰਧ ਉੱਪਰ ਐਕਸ਼ਨ ਕੀਤਾ, ਕੰਧ ਨੇ ਗੇਂਦ ਉੱਪਰ ਰਿਐਕਸ਼ਨ ਕੀਤਾ। ਇੱਥੋਂ ਇੱਕ ਗੱਲ ਨੂੰ ਬੜਾ ਧਿਆਨ ਨਾਲ ਸਮਝ ਲਓ, ਐਕਸ਼ਨ ਅਤੇ ਰਿਐਕਸ਼ਨ, ਐਕਸ਼ਨ ਐਂਡ ਰਿਐਕਸ਼ਨ ਐਕਟਸ ਔਨ ਡਿਫਰੈਂਟ ਬੋਡੀਜ਼, ਦੋਨੇ ਇੱਕ ਹੀ ਬੋਡੀ ਉੱਪਰ ਨਹੀਂ ਲੱਗਦੀਆਂ ਹੈਗੀਆਂ, ਅਲੱਗ-ਅਲੱਗ ਬੋਡੀ 'ਤੇ ਲੱਗਦੀਆਂ ਨੇ। ਐਕਸ਼ਨ ਇੱਕ ਬੋਡੀ ਦੇ ਉੱਪਰ ਹੁੰਦਾ ਹੈ, ਰਿਐਕਸ਼ਨ ਇਹਦੇ ਉੱਪਰ, ਜੇ ਐਕਸ਼ਨ ਮੰਨਾਂਗੇ ਆਪਾਂ ਇਹਨੂੰ ਤਾਂ ਰਿਐਕਸ਼ਨ ਦੂਜੀ ਬੋਡੀ ਦੇ ਉੱਪਰ ਹੋਊਗਾ। ਠੀਕ ਹੈ, ਕਈ ਬੱਚੇ ਇਹ ਸਮਝ ਲੈਂਦੇ ਨੇ ਕਿ ਐਕਸ਼ਨ ਅਤੇ ਰਿਐਕਸ਼ਨ ਇੱਕੋ ਬੋਡੀ 'ਤੇ ਹੁੰਦਾ, ਨਹੀਂ, ਐਕਸ਼ਨ ਇੱਕ 'ਤੇ ਹੋਊਗਾ, ਰਿਐਕਸ਼ਨ ਦੂਜੀ 'ਤੇ, ਜਿਹਨੇ ਪਹਿਲੀ 'ਤੇ ਫੋਰਸ ਲਗਾਈ ਹੈ ਉਹਦੇ ਉੱਪਰ ਹੋਊਗਾ। ਇੱਕ ਆਹ ਕੁਐਸਚਨ ਹੀ ਬੜਾ ਇੰਪੋਰਟੈਂਟ ਹੈ। ਇਟ ਇਜ਼ ਡਿਫੀਕਲਟ ਟੂ ਵਾਕ ਔਨ ਸੈਂਡ ਔਰ ਆਈਸ, ਤੇ ਰੇਤੇ ਉੱਪਰ ਤੁਰਨਾ, ਠੀਕ ਹੈ, ਜਾਂ ਬਰਫ਼ 'ਤੇ, ਤਾਜ਼ੀ ਪਈ ਬਰਫ਼ ਦੇ ਉੱਪਰ ਤੁਰਨਾ ਜਾਂ ਬਰਫ਼ 'ਤੇ ਤੁਰਨਾ ਬਹੁਤ ਮੁਸ਼ਕਿਲ ਹੁੰਦਾ। ਆਪਾਂ ਸੁਣਿਆ ਸਾਰਿਆਂ ਨੇ ਕਿ ਊਂਠ ਨੂੰ, ਕੈਮਲ ਨੂੰ ਕੀ ਕਹਿੰਦੇ ਨੇ, ਰੇਗਿਸਤਾਨ ਦਾ ਜਹਾਜ਼। ਠੀਕ ਹੈ, ਪਲੇਨ ਆਫ ਦਾ ਡੈਜ਼ਰਟ ਬੋਲਦੇ ਨੇ। ਕਿਉਂ, ਕਿਉਂਕਿ ਉਹ ਬੜੀ ਆਸਾਨੀ ਨਾਲ ਤੁਰ ਲੈਂਦਾ, ਸੱਤ ਤੋਂ ਨਹੀਂ ਤੁਰਿਆ ਜਾਂਦਾ। ਉਹਦਾ ਕਾਰਨ ਕੀ ਹੈ, ਜਿਹੜਾ ਰੇਤ ਹੁੰਦਾ ਹੈ ਉਹਦੇ ਕਣ ਨੇ ਜਿਹੜੇ ਉਹ ਢਿੱਲੇ ਹੁੰਦੇ ਨੇ। ਸਾਡੀ ਅਰਥ, ਨੋਰਮਲ ਅਰਥ ਦੇ ਮੁਕਾਬਲੇ ਜਿਹੜੇ ਪਾਰਟੀਕਲ ਨੇ ਰੇਤ ਦੇ, ਉਹ ਕੀ ਨੇ, ਢਿੱਲੇ ਨੇ। ਠੀਕ ਹੈ, ਤਾਂ ਜਦੋਂ ਅਸੀਂ ਉਹਦੇ ਉੱਪਰ ਤੁਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੇ ਪੈਰ ਨਾਲ ਉਹਨੂੰ ਧੱਕਦੇ ਹਾਂ ਪਿੱਛੇ ਨੂੰ, ਤਾਂ ਸਾਡੇ ਪੈਰ ਦੇ ਫੋਰਸ ਨਾਲ ਕੀ ਹੋ ਗਿਆ, ਰੇਤਾ ਪਰਾਂ ਹਟ ਗਿਆ। ਇਹਦਾ ਮਤਲਬ ਜਿਹੜੀ ਮੈਂ ਫੋਰਸ ਲਗਾਈ ਸੀ ਉਸ ਫੋਰਸ ਦਾ ਕੁਝ ਹਿੱਸਾ, ਐਕਸ਼ਨ ਦਾ ਕੁਝ ਹਿੱਸਾ ਕਾਹਦੇ ਕੰਮ ਆ ਗਿਆ, ਰੇਤ ਨੂੰ ਜਾਂ ਬਰਫ਼ ਨੂੰ ਪਰਾਂ ਹਟਾਉਣ ਦੇ ਕੰਮ ਆ ਗਿਆ, ਕਿਉਂਕਿ ਉਹ ਲੂਜ਼ ਸੀ ਤਾਂ ਪਰਾਂ ਹਟ ਗਿਆ। ਤਾਂ ਹੁਣ ਜਿਹੜਾ ਇੱਕ ਹਿੱਸਾ ਜਿਹੜਾ ਉਹਨੂੰ ਪਰਾਂ ਹਟਾਉਣ ਦੇ ਕੰਮ ਆ ਗਿਆ, ਉਹ ਹਿੱਸਾ ਤਾਂ ਵੇਸਟ ਹੋ ਗਿਆ, ਉਹ ਐਨਰਜੀ ਤਾਂ ਰੇਤ ਦੇ ਕਣਾਂ ਕੋਲ ਚਲੀ ਗਈ। ਸਾਨੂੰ ਜਿਹੜੀ ਰਿਐਕਸ਼ਨ ਮਿਲਣੀ ਹੈ, ਉਹ ਰਿਐਕਸ਼ਨ ਮਿਲਣੀ ਹੈ ਜੋ ਜਿਸ ਫੋਰਸ ਨਾਲ ਅਸੀਂ ਧਰਤੀ ਨੂੰ ਪਿੱਛੇ ਧੱਕਿਆ। ਠੀਕ ਹੈ, ਤਾਂ ਉਹ ਫੋਰਸ ਦਾ ਇਫੈਕਟ ਘਟ ਗਿਆ। ਸਮਝੋ ਮੇਰੀ ਗੱਲ ਨੂੰ, ਕਿ ਜੇਕਰ ਆਪਾਂ 100 ਨਿਊਟਨ ਫੋਰਸ ਲਗਾਈ ਹੈ ਮੰਨ ਲਓ, ਤਾਂ 30 ਨਿਊਟਨ ਫੋਰਸ ਕੀ ਹੋ ਗਈ, ਉਹ ਰੇਤ ਨੂੰ ਪਰਾਂ ਹਟਾਉਣ ਦੇ ਵਿੱਚ ਯੂਜ਼ ਹੋ ਗਈ। ਤਾਂ ਧਰਤੀ ਉੱਪਰ ਕਿੰਨੀ ਫੋਰਸ ਲੱਗੀ, 70 ਨਿਊਟਨ। ਤਾਂ ਰਿਐਕਸ਼ਨ ਮੈਨੂੰ ਕਿਹਦਾ ਮਿਲੂਗਾ, ਮੈਂ ਲਗਾਈ ਤਾਂ 100 ਸੀ, ਆਪਣੇ ਪੈਰ ਦੇ ਵਿੱਚੋਂ ਤਾਂ ਨਿਕਲੀ ਮੇਰੀ 100, 30 ਖਰਚ ਹੋ ਗਈ ਰੇਤ 'ਤੇ। ਠੀਕ ਹੈ, ਜਿਹਨੇ ਧਰਤੀ ਉੱਪਰ ਐਕਸ਼ਨ ਕੀਤਾ ਉਹ ਰਹਿ ਗਈ 70, ਤਾਂ ਮੈਨੂੰ ਰਿਐਕਸ਼ਨ ਤਾਂ ਕੀ ਮਿਲਿਆ 70 ਦਾ। ਹੁਣ ਦੇਖੋ ਮੇਰੇ ਪੱਲੋਂ ਤਾਂ ਚੀਜ਼ 100 ਜਾ ਰਹੀ ਹੈ, ਬਦਲੇ 'ਚ ਮੈਨੂੰ ਮਿਲ ਕਿੰਨੀ ਰਹੀ ਹੈ, 70। ਇਹਦਾ ਮਤਲਬ ਮੇਰਾ ਜ਼ੋਰ ਵੱਧ ਲੱਗੂ ਅਤੇ ਮੈਂ ਤੁਰੂੰਗਾ ਘੱਟ। ਜ਼ੋਰ ਮੇਰਾ ਜ਼ਿਆਦਾ ਲੱਗ ਰਿਹਾ ਹੈ, ਪਰ ਉਹਦੇ ਨਤੀਜੇ ਵਜੋਂ ਮੈਂ ਤੁਰ ਰਿਹਾ ਕੀ ਹੈ, ਤੁਰਨ ਵਾਸਤੇ ਜਿਹੜੀ ਮੈਨੂੰ ਰਿਐਕਸ਼ਨ ਮਿਲਣੀ ਹੈ ਉਹ ਘੱਟ ਮਿਲ ਰਹੀ ਹੈ। ਤਾਂ ਇਸ ਕਰਕੇ ਸਾਨੂੰ ਕੀ ਹੈ, ਬਰਫ਼ ਦੇ ਉੱਪਰ ਤੁਰਨਾ ਜਾਂ ਰੇਤ ਦੇ ਉੱਪਰ ਤੁਰਨਾ, ਸੈਂਡ ਉੱਪਰ ਤੁਰਨਾ, ਉਹ ਕੀ ਹੈ, ਮੁਸ਼ਕਿਲ ਲੱਗਦਾ। ਇਹੀ ਚੀਜ਼ ਤੁਸੀਂ ਐਂ ਵੀ ਕਹਿ ਸਕਦੇ ਹੋ ਕਿ ਕੰਕਰ ਪੱਥਰ ਵਾਲੀ ਜਿਹੜੀ ਰੋਡ ਹੈ, ਜਿਹਦੇ ਉੱਪਰ ਰੋੜੇ ਪਏ ਹੁਣ ਤਿੱਖੇ ਰੋੜੇ, ਉਹਦੇ ਉੱਪਰ ਤੁਰਨਾ ਬੜਾ ਔਖਾ ਹੈ।
ठीक है। तो ਇਹਦਾ ਜਿਹੜਾ ਪ੍ਰੋਪਰ ਜਵਾਬ ਹੈ ਖੈਰ ਅਸੀਂ ਅੱਗੇ ਦੇਵਾਂਗੇ ਪ੍ਰੈਸ਼ਰ ਵਾਲੇ ਚੈਪਟਰ ਦੇ ਵਿੱਚ। ਡਰਾਈਵਿੰਗ ਅ ਨੇਲ ਇਨਟੂ ਵੁਡਨ ਬਲੌਕ ਵਿਦਾਊਟ ਹੋਲਡਿੰਗ ਦਾ ਬਲੌਕ ਇਜ਼ ਡਿਫੀਕਲਟ। ਹੁਣ ਦੇਖੋ ਇਹ ਬੜਾ ਵਧੀਆ ਇੱਕ ਐਗਜ਼ਾਮਪਲ ਹੈ ਕਿ ਇੱਕ ਜੇਕਰ ਆਪਾਂ ਲੱਕੜ ਦੇ ਟੁਕੜੇ ਨੂੰ ਧਾਗੇ ਨਾਲ ਬੰਨ੍ਹ ਕੇ ਲਮਕਾ ਦਈਏ ਅਤੇ ਮੈਂ ਤੁਹਾਨੂੰ ਕਹਾਂ ਵੀ ਇੱਕ ਮੇਖ ਲੈ ਕੇ ਹਥੌੜੇ ਨਾਲ ਇਹਨੂੰ ਇਹਦੇ ਵਿੱਚ ਠੋਕ ਦਿਓ, ਕੀ ਇਹ ਪੋਸੀਬਲ ਹੈਗਾ ਕਿ ਅਸੀਂ ਹਥੌੜਾ ਮਾਰ ਕੇ ਲੱਕੜ ਦਾ ਜਿਹੜਾ ਇਹ ਬਲੌਕ ਹੈ ਇਹ ਧਾਗੇ ਨਾਲ ਲਮਕਾਇਆ ਹੋਇਆ ਅਸੀਂ ਇਹਨੂੰ ਮੇਖ ਨੂੰ ਇਹਦੇ ਵਿੱਚ ਠੋਕ ਦਈਏ? ਇਹ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ। ਕਦੇ ਵੀ ਜਿਹੜੀ ਨੇਲ ਹੈ ਉਹ ਬਲੌਕ ਦੇ ਵਿੱਚ ਨਹੀਂ ਜਾਊਗੀ। ਕਾਰਨ ਕਿਉਂਕਿ ਜਿਹੜੀ ਫੋਰਸ ਮੈਂ ਲਗਾਊਂਗਾ ਬਲੌਕ ਦੇ ਉੱਪਰ ਉਹ ਫੋਰਸ ਕਾਹਦੇ ਕੰਮ ਆ ਜੂਗੀ? ਬਲੌਕ ਨੂੰ ਆਪਣੀ ਜਗ੍ਹਾ ਤੋਂ ਹਟਾਉਣ ਦੇ ਕੰਮ ਆ ਜੂਗੀ। ਉਹਨੂੰ ਵਰਕ ਡਨ ਹੋ ਜੂਗਾ। ਵਰਕ ਡਨ ਦਾ ਕੰਸੈਪਟ ਅਗਲੇ ਚੈਪਟਰ 'ਚ ਆਊਗਾ। ਉਹ ਵਰਕ ਡਨ ਦੇ ਕੰਮ ਆ ਜੂ, ਠੀਕ ਹੈ। ਉਹਨੇ ਉਸ ਨੂੰ ਹਟਾਤਾ, ਪਰਾਂ ਕਰਤਾ। ਜੇ ਉਹ ਆਪਣੀ ਪੋਜੀਸ਼ਨ 'ਤੇ ਖੜੂਗਾ ਤਾਂ ਹੀ ਰਿਐਕਸ਼ਨ ਦਊ। ਜਦੋਂ ਫੋਰਸ ਲੱਗਣ 'ਤੇ ਉਹਨੇ ਆਪਣੀ ਪੋਜੀਸ਼ਨ ਹੀ ਬਦਲਤੀ ਤਾਂ ਉਹਨੇ ਸਾਨੂੰ ਰਿਐਕਸ਼ਨ ਦੇਣੀ ਹੋਈ ਨਹੀਂ। ਤਾਂ ਨਤੀਜੇ ਵਜੋਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਲੱਕੜ ਦੇ ਟੁਕੜੇ ਅੰਦਰ ਉਹ ਮੇਖ ਗੱਡੀ ਨਹੀਂ ਜਾ ਸਕਦੀ ਹੈਗੀ, ਠੀਕ ਹੈ। ਦਿਸ ਇਜ਼ ਬਿਕੋਜ਼ ਵੈਨ ਦਾ ਵੁਡਨ ਬਲੌਕ ਇਜ਼ ਨਾਟ ਰੈਸਟਿੰਗ ਅਗੇਂਸਟ ਦਾ ਸਪੋਰਟ। ਇਹ ਵੁਡਨ ਬਲੌਕ ਕਿਸੇ ਸਪੋਰਟ ਦੇ ਨਾਲ ਰੈਸਟ ਨਹੀਂ ਕਰ ਰਿਹਾ। ਬਲੌਕ ਐਂਡ ਨੇਲ ਬੋਥ ਮੂਵ ਫੋਰਵਰਡ ਔਨ ਬੀਇੰਗ ਹਿੱਟ ਵਿਦ ਹੈਮਰ। ਨੇਲ 'ਤੇ ਕਹਿੰਦਾ ਜਿਹੜਾ ਸਾਡਾ ਬਲੌਕ ਹੈ ਉਹ ਦੋਨੇ ਅੱਗੇ ਨੂੰ ਮੂਵ ਕਰਨਗੇ ਹਿੱਟ ਕਰਨ 'ਤੇ ਹੈਮਰ ਨਾਲ। ਵੈਨ ਦਾ ਬਲੌਕ ਇਜ਼ ਹੈਲਡ ਫਰਮਲੀ ਅਗੇਂਸਟ ਦਾ ਸਪੋਰਟ, ਜਦੋਂ ਬਲੌਕ ਨੂੰ ਕਿਸੇ ਸਪੋਰਟ ਨਾਲ ਲਗਾਇਆ ਹੋਊਗਾ। ਦਾ ਨੇਲ ਇਜ਼ ਹਿੱਟ ਐਂਡ ਇਕੁਅਲ ਰਿਐਕਸ਼ਨ ਆਫ ਦਾ ਸਪੋਰਟ ਡਰਾਈਵ ਦਾ ਨੇਲ ਇਨਟੂ ਦਾ ਬਲੌਕ। ਤਾਂ ਜਦੋਂ ਨੇਲ ਹਿੱਟ ਕਰੂਗੀ ਤਾਂ ਸਪੋਰਟ ਤੋਂ ਬਲੌਕ ਦੇ ਵਿੱਚ ਕੀ ਮਿਲੂਗੀ? ਰਿਐਕਸ਼ਨ ਮਿਲੂਗੀ ਅਤੇ ਸਾਡੇ ਕੋਲ ਜਿਹੜੀ ਨੇਲ ਆ ਉਹ ਬਲੌਕ ਦੇ ਵਿੱਚ ਚਲੀ ਜਾਊਗੀ। ਤਾਂ ਉਮੀਦ ਕਰਦਾ ਸਾਨੂੰ ਇਹ ਕੁਐਸਚਨ ਸਮਝ ਆ ਗਏ ਹੋਣੇ। ਅੱਗੇ ਇਹਦੇ ਇੱਕ ਐਗਜ਼ਾਮਪਲ ਹੋਰ ਹੈ, ਹਾਰਸ ਐਂਡ ਕਾਰਟ ਪ੍ਰੋਬਲਮ। ਬੜੀ ਵਧੀਆ ਇੱਕ ਕੁਐਸਚਨ ਆਉਂਦਾ ਹੁੰਦਾ ਪੇਪਰ 'ਚ। ਹਾਰਸ ਐਂਡ ਕਾਰਟ ਮਤਲਬ ਗੱਡਾ ਘੋੜਾ, ਜਦੋਂ ਆਪਾਂ ਕਹਿੰਦੇ ਘੋੜਾ ਗੱਡੀ, ਵੀ ਘੋੜਾ ਗੱਡੀ ਜਿਹੜੀ ਹੈਗੀ ਉਹ ਕਿਵੇਂ ਕੰਮ ਕਰਦੀ ਹੈ, ਠੀਕ ਹੈ। ਘੋੜਾ ਗੱਡੀ ਵਿੱਚ ਜਿਹੜਾ ਘੋੜਾ ਉਹ ਕਿਸ ਤਰ੍ਹਾਂ ਪਿੱਛੇ ਲੱਗੇ ਹੋਏ ਵਜਨ ਨੂੰ ਖਿੱਚ ਲੈਂਦਾ। ਤਾਂ ਤੁਸੀਂ ਇਹ ਡਾਇਗਰਾਮ ਨੂੰ ਧਿਆਨ ਨਾਲ ਦੇਖੋ। ਇਸ ਡਾਇਗਰਾਮ 'ਚ ਕੀ ਹੋ ਰਿਹਾ? ਇੱਥੇ ਕਈ ਤਰ੍ਹਾਂ ਦੀਆਂ ਫੋਰਸਿਸ ਲੱਗ ਰਹੀਆਂ ਨੇ। ਮੰਨ ਲਓ ਇੱਥੇ ਸਾਡਾ ਘੋੜਾ ਜਿਹੜਾ ਉਹ ਬੰਨਿਆ ਹੋਇਆ, ਠੀਕ ਹੈ। ਇੱਥੇ ਘੋੜਾ ਇਨਵਿਜ਼ੀਬਲ ਹੈ, ਘੋੜਾ ਦਿਖਾਇਆ ਨਹੀਂ ਹੋਇਆ ਇਸ ਜਗ੍ਹਾ 'ਤੇ, ਪਰ ਘੋੜਾ ਇੱਥੇ ਘੋੜਾ ਸਾਡਾ, ਠੀਕ ਹੈ। ਤਾਂ ਵੇਰੀਅਸ ਫੋਰਸਿਸ ਨੇ ਜਿਹੜੀਆਂ ਉਹ ਦਿਖਾ ਰੱਖੀਆਂ ਨੇ ਇਹਦੇ ਵਿੱਚ। ਹੁਣ ਘੋੜੇ ਦਾ ਆਹ ਜਿਹੜੀ ਬੱਗੀ ਹੈ ਜਿਹਨੂੰ ਆਪਾਂ ਕਹਿੰਦੇ ਕਾਰਟ, ਹਰ ਚੀਜ਼ ਦਾ ਵੇਟ ਹੈ। ਵੇਟ ਕਿੱਧਰ ਨੂੰ ਲੱਗ ਰਿਹਾ? ਨੀਚੇ ਨੂੰ, W1, ਠੀਕ ਹੈ। ਵੇਟ ਦੇ ਓਪੋਜ਼ਿਟ ਕੀ ਲੱਗਦੀ ਹੁੰਦੀ ਹੈ? ਰਿਐਕਸ਼ਨ, R1। ਆਹ ਘੋੜਾ ਜਦੋਂ ਚੱਲੂਗਾ, ਘੋੜੇ ਦਾ ਇੱਕ ਤਾਂ ਆਪਣਾ ਵੇਟ ਵੀ ਹੈ, W2 ਨੀਚੇ ਨੂੰ। ਜਦੋਂ ਘੋੜਾ ਚੱਲੂਗਾ ਤਾਂ ਕੀ ਕਰੂਗਾ? ਧਰਤੀ ਨੂੰ ਆਪਣੇ ਪੈਰ ਨਾਲ ਪਿੱਛੇ ਨੂੰ, ਜਿਵੇਂ ਅਸੀਂ ਆਪਣੇ ਪੈਰ ਨਾਲ ਧਰਤੀ ਨੂੰ ਪਿੱਛੇ ਧੱਕਦੇ ਹਾਂ ਤਾਂ ਘੋੜਾ ਵੀ ਆਪਣੇ ਪੈਰ ਨਾਲ ਪਿੱਛੇ ਧੱਕੂਗਾ। ਨਤੀਜੇ 'ਚ ਘੋੜੇ ਨੂੰ ਕੀ ਮਿਲੂਗੀ? ਬਦਲੇ 'ਚ ਕੀ ਮਿਲੂਗੀ? ਰਿਐਕਸ਼ਨ ਮਿਲੂਗੀ। ਉਹ ਰਿਐਕਸ਼ਨ ਕੀ ਬਣਾ ਰਹੀ ਹੈ? ਹੌਰੀਜ਼ੈਂਟਲ ਸਰਫੇਸ ਦੇ ਨਾਲ ਕੀ ਬਣਾ ਰਹੀ ਹੈ? ਐਂਗਲ ਬਣਾ ਰਹੀ ਹੈ, ਸਿੱਧੀ ਨਹੀਂ ਹੈਗੀ। ਦੋ ਭਾਗਾਂ 'ਚ ਉਹਨੂੰ ਡਿਵਾਈਡ ਕਰਤਾ, R cos θ ਅਤੇ R sin θ, ਠੀਕ ਹੈ। ਹੁਣ ਦੇਖੋ ਜਿਹੜਾ ਇਹ R sin θ ਹੈ ਉਹ ਤਾਂ ਇਹਨੂੰ ਕਰ ਦੂਗਾ W2 ਨੂੰ ਬੈਲੈਂਸ, ਇਕੁਅਲ ਅਤੇ ਓਪੋਜ਼ਿਟ। R sin θ W2 ਨੂੰ ਬੈਲੈਂਸ ਕਰ ਦੂਗਾ। ਆਹ ਵਾਲਾ ਕੰਪੋਨੈਂਟ ਬਚ ਗਿਆ R cos θ, ਇਸ ਕੰਪੋਨੈਂਟ ਨਾਲ ਇਹ ਅੱਗੇ ਨੂੰ ਜਾਊਗਾ। ਹੁਣ ਜਿਹੜੀ ਗੱਡੀ ਜੁੜੀ ਹੋਈ ਹੈ ਘੋੜੇ ਦੇ ਨਾਲ ਉਹ ਇੱਕ ਰੱਸੀ ਦੇ ਨਾਲ ਜੁੜੀ ਹੋਈ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਰੱਸੀ ਦੇ ਨਾਲ ਜੋੜਦੇ ਹਾਂ, ਹੁਣ ਘੋੜੇ ਨੇ ਕੀ ਲਗਾਈ? ਫੋਰਸ ਲਗਾਈ। ਦੇਖੋ ਧਿਆਨ ਨਾਲ ਦੇਖੋ, ਇੱਥੇ ਘੋੜੇ ਨੇ ਇੱਕ ਫੋਰਸ ਲਗਾਈ, ਇਹਨੂੰ ਬੋਲਦੇ ਹਾਂ ਟੈਂਸ਼ਨ। ਘੋੜੇ ਦੀ ਫੋਰਸ ਕਰਕੇ ਰੱਸੀ 'ਚ ਤਣਾਅ ਪੈਦਾ ਹੋ ਗਿਆ। ਤਣਾਅ ਸਮਝਦੇ ਨਾ, ਫੋਰਸ ਲਗਾਉਣ ਨਾਲ ਰੱਸੀ ਖਿੱਚੀ ਜਾਂਦੀ ਹੈ, ਤਣਾਅ। ਹੁਣ ਰੱਸੀ ਕੀ ਹੋਈ? ਇੱਥੋਂ ਬੰਨੀ ਹੋਈ ਹੈ, ਇੱਕ ਸਪੋਰਟ ਨਾਲ ਬੰਨੀ ਹੋਈ ਹੈ। ਤਾਂ ਇਹਦੀ ਖਿੱਚ ਕਰਕੇ ਜਿਹੜਾ ਘੋੜੇ ਨੇ ਇਹਨੂੰ ਖਿੱਚਿਆ ਤਾਂ ਉਹ ਤਣਾਅ ਕਰਕੇ ਇਹਦੀ, ਕਿਉਂਕਿ ਇਹ ਰੱਸੀ ਸਪੋਰਟ ਨਾਲ ਬੰਨੀ ਹੋਈ ਹੈ ਤਾਂ ਉੱਧਰਲੇ ਪਾਸੋਂ ਵੀ ਇੱਕ ਟੈਂਸ਼ਨ ਪੈਦਾ ਹੋ ਗਈ। ਇਹ ਦੋਨੇ ਟੈਂਸ਼ਨ ਕੀ ਨੇ? ਦੇਖੋ ਧਿਆਨ ਨਾਲ, ਇਕੁਅਲ ਅਤੇ ਓਪੋਜ਼ਿਟ ਨੇ। ਤਾਂ ਇੱਕ ਦੂਜੇ ਨੂੰ ਕੀ ਕਰਤਾ ਇਹਨਾਂ ਨੇ? ਕੈਂਸਲ ਕਰਤਾ। ਦੇਖੋ ਹੇਅਰ ਵੇਟ W1 ਆਫ ਦਾ ਕਾਰਟ C ਇਜ਼ ਬੈਲੈਂਸਡ ਬਾਈ ਦਾ ਰਿਐਕਸ਼ਨ R1। ਇਹਦਾ ਵੇਟ ਹੈ ਜਿਹੜਾ ਉਹ R1 ਰਿਐਕਸ਼ਨ ਨੇ ਬੈਲੈਂਸ ਕਰਤਾ। ਦਾ ਵੇਟ ਆਫ ਦਾ W2 ਆਫ ਦਾ ਹਾਰਸ, ਘੋੜੇ ਦਾ ਜਿਹੜਾ ਵੇਟ ਹੈ ਉਹਨੂੰ ਬੈਲੈਂਸ ਕਰਤਾ ਰਿਐਕਸ਼ਨ R2 ਨੇ। ਦਾ ਹਾਰਸ ਪੁੱਲ ਦਾ ਕਾਰਟ ਵਿਦ ਫੋਰਸ T, ਘੋੜਾ ਗੱਡੇ ਨੂੰ T ਫੋਰਸ ਨਾਲ ਖਿੱਚ ਰਿਹਾ ਇਨ ਦਾ ਫਾਰਵਰਡ ਡਾਇਰੈਕਸ਼ਨ। ਕਾਰਟ ਇਨ ਟਰਨ ਪੁੱਲ ਦਾ ਹਾਰਸ। ਹੁਣ ਤੁਹਾਨੂੰ ਪਹਿਲੇ ਦੱਸਿਆ ਜੇ ਇੱਕ ਚੀਜ਼ ਦੂਜੀ 'ਤੇ ਫੋਰਸ ਲਾਊਗੀ ਤਾਂ ਦੂਜੀ ਵੀ ਪਹਿਲੇ 'ਤੇ ਫੋਰਸ ਲਾਊ ਨਾ। ਜੇ ਘੋੜਾ ਗੱਡੇ ਨੂੰ ਖਿੱਚ ਰਿਹਾ ਤਾਂ ਗੱਡਾ ਵੀ ਘੋੜੇ ਨੂੰ ਖਿੱਚੂ। ਤਾਂ
ਤੁਹਾਨੂੰ ਦੱਸਿਆ ਵੀ ਹਮੇਸ਼ਾ ਇਹ ਫੋਰਸ ਬਰਾਬਰ ਹੁੰਦੀਆਂ ਨੇ, ਡਾਇਰੈਕਸ਼ਨ ਕੀ ਹੁੰਦੀ ਹੈ ਓਪੋजिट। ਤਾਂ ਘੋੜੇ ਨੇ ਗੱਡੇ ਨੂੰ ਖਿੱਚਿਆ ਟੀ ਫੋਰਸ ਨਾਲ, ਤਾਂ ਗੱਡਾ ਵੀ ਘੋੜੇ ਨੂੰ ਖਿੱਚੂਗਾ ਟੀ ਫੋਰਸ ਨਾਲ ਉਲਟ ਡਾਇਰੈਕਸ਼ਨ 'ਚ, ਤੇ ਦੋਨੇ ਕੀ ਨੇ ਇਹ ਬੈਲੈਂਸ ਹੋ ਗਈਆਂ ਕਹਿੰਦਾ। ਹੁਣ ਦੇਖੋ ਇਹ ਸਾਰੇ ਸਿਸਟਮ 'ਚ ਦੇਖੋ ਜਿੰਨੀਆਂ ਵੀ ਫੋਰਸ ਲੱਗ ਰਹੀਆਂ ਨੇ, ਆਹ ਇਹਦੇ ਬਰਾਬਰ ਹੈ ਘਟ ਗਈਆਂ, ਆਹ ਇਹਦੇ ਬਰਾਬਰ ਹੈ ਘਟ ਗਈਆਂ, ਆਹ ਇਹਦੇ ਬਰਾਬਰ ਹੈ ਘਟ ਗਈਆਂ, ਆਹ ਸਿਰਫ ਇੱਕ ਇਕਲੌਤੀ ਫੋਰਸ ਬਚ ਗਈ ਉਰੇ ਜਿਹੜੀ ਕਿਸੇ ਨਾਲ ਕੱਟੀ ਨਹੀਂ, ਆਹ ਇਕਲੌਤੀ ਫੋਰਸ ਬਚ ਗਈ ਜਿਹੜੀ ਕਿਸੇ ਨਾਲ ਨਹੀਂ ਕੱਟੀ। ਵਾਈਲ ਕਹਿੰਦਾ ਪੁਲਿੰਗ ਦਾ ਕਾਰਟ ਹਾਰਸ ਪੁੱਲ ਦਾ ਗਰਾਊਂਡ ਬੈਕਵਰਡ ਵਿਦ ਫੀਟ ਆਫ ਦਾ ਫੋਰਸ ਐਫ। ਠੀਕ ਹੈ, ਧਰਤੀ ਦੇ ਉੱਪਰ ਤੁਰਨ ਸਮੇਂ ਘੋੜਾ ਧਰਤੀ ਨੂੰ ਐਫ ਫੋਰਸ ਨਾਲ ਥੀਟਾ ਐਂਗਲ ਬਣਾ ਕੇ, ਦੇਖੋ ਥੀਟਾ ਐਂਗਲ ਬਣਾ ਕੇ ਧਰਤੀ ਨੂੰ ਧੱਕਦਾ ਪਿੱਛੇ ਨੂੰ। ਐਜ਼ ਏ ਰਿਜ਼ਲਟ ਗਰਾਊਂਡ ਵੀ ਉਹਦੇ ਉੱਪਰ ਉਨੀ ਹੀ ਆਰ ਫੋਰਸ ਲਗਾਉਂਦੀ ਹੈ ਉਸੇ ਐਂਗਲ ਦੇ ਵਿੱਚ ਅੱਗੇ ਨੂੰ। ਆਰ ਨੂੰ ਦੋ ਭਾਗਾਂ ਦੇ ਵਿੱਚ ਰਿਜ਼ੋਲਵ ਕਰ ਲਿਆ ਸੀ, ਆਰ ਸਾਈਨ ਥੀਟਾ ਵਰਟੀਕਲੀ ਅਪਵਰਡ, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਇਹਨੂੰ ਰਿਜ਼ੋਲਵ ਦੋ ਭਾਗਾਂ 'ਚ ਵੰਡ ਲਿਆ। ਆਰ ਕੋਸ ਥੀਟਾ ਹੌਰੀਜ਼ੈਂਟਲ, ਇਹ ਵਰਟੀਕਲ ਹੋ ਗਿਆ ਉੱਪਰ ਨੂੰ, ਇਹ ਹੌਰੀਜ਼ੈਂਟਲ ਧਰਤੀ ਦੇ ਪੈਰਲਲ। ਦਾ ਕੰਪੋਨੈਂਟ ਆਰ ਕੋਸ ਥੀਟਾ ਟੈਂਡਸ ਟੂ ਮੂਵ। ਹੁਣ ਦੇਖੋ ਆਰ ਸਾਈਨ ਥੀਟਾ ਤਾਂ ਯੂਜ਼ ਹੋ ਗਿਆ ਸੀ ਨਾ ਇਹਨੂੰ ਬੈਲੈਂਸ ਕਰਨ ਦੇ ਵਿੱਚ W2 ਨੂੰ, ਜਿਹੜਾ ਆਰ ਕੋਸ ਥੀਟਾ ਹੈ ਇਹ ਸਿਰਫ ਇਕੱਲਾ ਇੱਕ ਇਹੋ ਜਿਹੀ ਫੋਰਸ ਬਚ ਗਈ ਜਿਹੜੀ ਕਿਸੇ ਨਾਲ ਬੈਲੈਂਸ ਨਹੀਂ ਹੋਈ, ਮਤਲਬ ਇਸ ਫੋਰਸ ਨਾਲ ਘੋੜਾ ਅੱਗੇ ਨੂੰ ਜਾਊਗਾ। ਤਾਂ ਹੁਣ ਆਹ ਘੋੜੇ ਨੇ ਖਿੱਚਿਆ ਸੀ ਟੀ ਫੋਰਸ ਨਾਲ, ਗੱਡੇ ਨੇ ਵੀ ਟੀ ਫੋਰਸ ਨਾਲ ਖਿੱਚ ਲਿਆ, ਤਾਂ ਇਹ ਤਾਂ ਬੈਲੈਂਸ ਹੋ ਗਈਆਂ। ਤਾਂ ਆਰ ਕੋਸ ਥੀਟਾ ਜਿਹੜਾ ਭਾਗ ਹੈ ਦਾ ਮੋਸ਼ਨ ਇਜ਼ ਅਪੋਜ਼ਡ ਬਾਈ ਦਾ ਫੋਰਸ ਆਫ ਫ੍ਰਿਕਸ਼ਨ ਬਿਟਵੀਨ ਕਾਰਟ ਐਂਡ ਗਰਾਊਂਡ। ਦਾ ਕਾਰਟ ਵਿਲ ਮੂਵ ਓਨਲੀ ਵੈਨ ਆਰ ਕੋਸ ਥੀਟਾ ਗ੍ਰੇਟਰ ਦੈਨ ਐਫ। ਹੁਣ ਇੱਥੇ ਇੱਕ ਫੋਰਸ ਹੋਰ ਵੀ ਹੈ ਫ੍ਰਿਕਸ਼ਨ ਫੋਰਸ, ਇੱਥੇ ਟਾਇਰਾਂ ਦੇ ਨਾਲ ਗਰਾਊਂਡ ਦੇ ਜੋ ਕਿ ਫ੍ਰਿਕਸ਼ਨ ਫੋਰਸ ਆਪਾਂ ਪੜ੍ਹੀ ਹੈ 9ਵੀਂ ਕਲਾਸ 'ਚ, ਇਹ ਹਮੇਸ਼ਾ ਅਪੋਜ਼ ਕਰਦੀ ਹੈ। ਤਾਂ ਆਹ ਫੋਰਸ ਐਫ ਕੋਸ ਥੀਟਾ ਦੇ ਤੇ ਆਹ ਸਮੋਲ ਫ੍ਰਿਕਸ਼ਨ ਫੋਰਸ ਜੇ ਬਰਾਬਰ ਹੋ ਗਈਆਂ ਤਾਂ ਫਿਰ ਵੀ ਗੱਡੇ ਨੇ ਮੂਵ ਨਹੀਂ ਕਰਨਾ। ਗੱਡਾ ਸਿਰਫ ਤਾਂ ਮੂਵ ਕਰੂਗਾ ਜੇਕਰ ਇਹ ਆਰ ਕੋਸ ਥੀਟਾ ਫ੍ਰਿਕਸ਼ਨ ਫੋਰਸ ਤੋਂ ਕੀ ਹੋਊਗਾ ਜ਼ਿਆਦਾ ਹੋਊਗਾ। ਤਾਂ ਆਪਾਂ ਨੂੰ ਪਤਾ ਹੈ ਹਮੇਸ਼ਾ ਹੀ ਗੱਡਾ ਜਿਹੜਾ ਘੋੜੇ ਦਾ ਜ਼ੋਰ ਜ਼ਿਆਦਾ ਹੁੰਦਾ ਫ੍ਰਿਕਸ਼ਨ ਫੋਰਸ ਨਾਲੋਂ, ਤਾਂ ਹੀ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਨੇ ਜੋ ਵੀ ਕੋਈ ਚੀਜ਼ ਚੱਲਦੀ ਹੈ ਉਹ ਉਦੋਂ ਹੀ ਚੱਲ ਪਾਊਗੀ ਜੋ ਫ੍ਰਿਕਸ਼ਨ ਫੋਰਸ ਨੂੰ ਕੀ ਕਰ ਲੂਗੀ ਓਵਰਕਮ ਕਰੂਗੀ। ਤਾਂ ਉਮੀਦ ਕਰਦਾ ਤੁਹਾਨੂੰ ਜਿਹੜਾ ਇਹ ਸਮਝ ਆ ਗਿਆ ਹੋਣਾ। ਠੀਕ ਹੈ, ਫਿਰ ਆਪਾਂ ਅਗਲਾ ਟੌਪਿਕ ਜਿਹੜਾ ਸਾਡੇ ਕੋਲ ਹੈਗਾ ਆਪਾਂ ਬਾਅਦ 'ਚ ਕਰਾਂਗੇ, ਅੱਜ ਵਾਸਤੇ ਇੰਨਾ ਕਾਫੀ ਹੈ। ਬਾਕੀ ਜਿਹੜੇ ਟੌਪਿਕ PDF ਭੇਜੇ ਸੀ ਉਹਦੇ ਅੱਧੇ ਟੌਪਿਕ ਨੇ ਜਿਹੜੇ ਉਹ ਅਗਲੀ ਵੀਡੀਓ ਤੁਹਾਨੂੰ ਮੈਂ ਕਰਵਾਊਂਗਾ। ਠੀਕ ਹੈ, ਤਾਂ ਇਹਨੂੰ ਧਿਆਨ ਨਾਲ ਵੀਡੀਓ ਨੂੰ ਦੇਖਿਓ, ਬਹੁਤ ਇੰਪੋਰਟੈਂਟ ਟੌਪਿਕ ਨੇ। ਥੈਂਕ ਯੂ।